अगर आप अपना एक्सपीरियंस दसीए तुहाडे नाल शेयर करिए तो पहला जिवें मैं कटिंग च हुंदा सीगा ਇਹ ਵੀ ਜਿਵੇਂ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਨੇ। ਇਹ ਮਹਾਰਾਜ ਦੀਆਂ ਖੇਡਾਂ ਨੇ, ਕਿਹਨੂੰ ਕਿਸ ਵੇਲੇ ਉਹਨਾਂ ਨੇ ਗੱਲ ਲਾਣਾ। ਇਹ ਇੱਕ ਦਲਦਲ ਹੈ ਜਿਹੜੀ ਕਲਯੁਗ ਦੀ ਕਹਾਣੀ ਆਪਾਂ ਕਰੀਏ ਵੀ ਇਹ ਸਾਰੀ ਮਹਾਰਾਜ ਨੇ ਦੱਸੀ ਹੈ ਵੀ ਇਹਦੇ ਚੋਂ ਨਿਕਲਣਾ ਬਹੁਤ ਔਖਾ ਹੈ। ਇਹ ਮਹਾਰਾਜ ਕਢਾ ਲੈਣ ਤਾਂ ਕੋਈ ਨਿਕਲ ਸਕਦਾ, ਅਦਰਵਾਈਜ਼ ਨਹੀਂ। ਬਾਰਿਸ਼ਾਂ ਤੇ ਹੜ੍ਹਦੇ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾ ਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ-ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ। ਤਾਂ ਮਹਾਰਾਜ ਨੇ ਸਾਨੂੰ ਬਹੁਤ ਸੋਹਣਾ ਕੱਢਿਆ, ਆਪਣੇ ਚਰਨੀ ਲਾਇਆ ਤੇ ਹਜੂਰ ਸਾਹਿਬ ਦੇ ਵਿੱਚ ਬੁਲਾ ਕੇ ਅੰਮ੍ਰਿਤ ਛਕਾਇਆ, ਜਦ ਕਿ ਆਪਾਂ ਉੱਥੇ ਕਦੀ ਨਹੀਂ ਗਏ ਸੀ, ਇੱਕ ਸੁਪਨਾ ਹੀ ਸੀ। मेरे माता श्री मुझे बता देते थे गुरुद्वारे के बारे में, गुरु ग्रंथ साहिब जी के बारे में, बट ये नहीं पता था कि गुरु ग्रंथ साहिब जी में लिखा क्या है। तो जब मैं इनसे मिली, इन्होंने मुझे बहुत कुछ समझाया। महाराजा रणजीत सिंह जी के बारे में बताया, बाबा दीप सिंह जी के बारे में बताया, बहुत कुछ बताया। तब मुझे नॉलेज में आया कि अच्छा इतना कुछ है वाहिगुरु जी। बीच बीच में पिताजी हमें याद दिलाते हैं, कुछ ऐसी इंडिकेशन देते हैं कि याद कर लो, बट हम उस दुनियावी में इतने भूले भटके होते हैं, हमें नहीं पता लगता। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਲੁਧਿਆਣਾ ਟਾਈਮਸ। ਮੈਂ ਹਾਂ ਪ੍ਰਬਲੀਨ ਕੌਰ। ਅਕਸਰ ਅਸੀਂ ਆਪਣੀ ਚੈਨਲ ਦੇ ਉੱਤੇ ਬਹੁਤ ਸਾਰੇ ਤੁਹਾਨੂੰ ਕਪਲਸ ਮਿਲਵਾਏ ਹੋਣਗੇ ਜਿਨ੍ਹਾਂ ਦੀ ਕਿ ਕਹਾਣੀਆਂ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਪਹੁੰਚੀਆਂ ਵੀ ਹੋਣਗੀਆਂ, ਪਰ ਇੱਕ ਇਹੋ ਜਿਹਾ ਜੋੜਾ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਕਹਾਣੀ ਸੁਣ ਕੇ ਤੁਸੀਂ ਸ਼ਾਇਦ ਹੈਰਾਨ ਵੀ ਹੋਵੋਗੇ ਔਰ ਤੁਹਾਨੂੰ ਬਹੁਤ ਜਿਹੜੀਆਂ ਸਿੱਖਿਆ ਵੀ ਮਿਲਣ ਵਾਲੀ ਹੈ। ਬਹੁਤ ਪਿਆਰਾ ਜੋੜਾ ਜਿਹੜਾ ਸਾਡੇ ਨਾਲ ਮੌਜੂਦ ਹੈ, ਜਿਨ੍ਹਾਂ ਦਾ ਤੁਸੀਂ ਬਾਣਾ ਦੇਖ ਕੇ ਸੋਚਦੇ ਹੋਵੋਗੇ ਕਿ ਤੁਸੀਂ ਹਮੇਸ਼ਾ ਅਲੱਗ ਚੀਜ਼ਾਂ ਲੈ ਕੇ ਆਓ, ਜਾਂ ਆਡੀਅנס ਜਿਹੜੀ ਹੈ ਨਾ ਸਾਡੀ ਹਮੇਸ਼ਾ ਅਲੱਗ ਚੀਜ਼ਾਂ ਦੀ ਡਿਮਾਂਡ ਦੇ ਵਿੱਚ ਰੱਖਦੀ। ਸਾਡੇ ਨਾਲ ਮੌਜੂਦ ਨੇ ਬਵਪ੍ਰੀਤ ਸਿੰਘ ਜੀ ਤੇ ਅਨੁਰਾਧਾ ਚੌਧਰੀ ਜੀ, ਜਿਨ੍ਹਾਂ ਦਾ ਕਿ ਪਹਿਲਾ ਨਾਮ ਇਹ ਸੀਗਾ, ਹੁਣ ਇਹ ਆਪਣਾ ਨਾਮ ਆਪਣੇ ਆਪ ਹੀ ਆਪਣੇ ਮੂੰਹੋਂ ਆਪਣੀ ਜ਼ਬਾਨੀ ਦੱਸਣਗੇ ਕਿ ਇਹਨਾਂ ਨੇ ਬਾਣਾ ਕਿਵੇਂ ਇਹਨਾਂ ਨੂੰ ਅਕਾਲ ਪੁਰਖ ਨੇ ਬਖਸ਼ਿਆ, ਕਿਉਂਕਿ ਬਹੁਤ ਅਪਾਰ ਕਿਰਪਾ ਜਿਹੜੀ ਹੈ ਮਹਾਰਾਜ ਦੀ ਹੋਈ ਹੈ ਇਹਨਾਂ ਦੇ ਉੱਤੇ। ਤੇ ਬਹੁਤ ਸੋਹਣਾ ਬਾਣਾ ਜਿਹੜਾ ਤੁਸੀਂ ਦੇਖ ਸਕਦੇ ਹੋ, ਸਿੱਖ ਜੋੜਾ ਜਿਹੜਾ ਜਦੋਂ ਸੋਸ਼ਲ ਮੀਡੀਆ ਤੇ ਆਉਂਦਾ ਨਾ, ਇੱਕ ਅਲੱਗ ਹੀ ਇੰਪੈਕਟ ਆਉਂਦਾ, ਇੱਕ ਅਲੱਗ ਹੀ ਜੋਸ਼ ਦੇਖ ਕੇ ਉਹਨਾਂ ਦੀ ਵੀਡੀਓਜ਼ ਦੇ ਵਿੱਚ ਆਉਂਦਾ। ਤੇ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣੇ ਹੋਰ ਚੜ੍ਹਦੀ ਕਲਾ ਚੋਂ ਭੈਣੇ। ਬਿਲਕੁਲ ਬਿਲਕੁਲ, ਬਹੁਤ ਵਧੀਆ ਜੀ। ਤੁਹਾਨੂੰ ਮਿਲ ਕੇ ਤਾਂ ਹੋਰ ਸਾਨੂੰ ਦਿਲ ਨੂੰ ਖੁਸ਼ੀ ਹੋਈ ਹੈ ਜੀ। ਧੰਨਵਾਦ ਵਾਹਿਗੁਰੂ ਜੀ, ਮਹਾਰਾਜ ਦੀ ਕਿਰਪਾ ਹੈ। ਹਾਂਜੀ, ਸਾਡੀ ਨਾ ਵੀਡੀਓਜ਼ ਦੇ ਵਿੱਚ ਹਮੇਸ਼ਾ ਅਸੀਂ ਕੋਈ ਨਾ ਕੋਈ ਇਹੋ ਜਿਹੇ ਜੋੜੇ ਨੂੰ ਮਿਲਵਾਇਆ ਜ਼ਰੂਰ ਹੈ ਜਿਨ੍ਹਾਂ ਦੀ ਕਹਾਣੀ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਹਮੇਸ਼ਾ ਦਿਲ ਨੂੰ ਉਹਨਾਂ ਦੇ ਪਹੁੰਚਦੀ ਹੈ। ਪਰ ਮੈਨੂੰ ਲੱਗਦਾ ਕਿ ਅੱਜ ਦੀ ਜਿਹੜੀ ਕਹਾਣੀ ਹੋਣ ਵਾਲੀ ਹੈ ਨਾ, ਉਹ ਲੋਕਾਂ ਨੂੰ ਕਿਸੇ ਅਲੱਗ ਲੈਵਲ ਤੱਕ ਲੈ ਕੇ ਜਾਣ ਵਾਲੀ ਹੈ। ਇਹ ਸ਼ਾਇਦ ਆਡੀਅנס ਦੇਖੇਗੀ, ਕਿਉਂਕਿ ਇੰਨਾ ਸੋਹਣਾ ਬਾਣਾ, ਇੰਨੀ ਨਿਮਰਤਾ, ਔਰ ਮੈਨੂੰ ਨਹੀਂ ਲੱਗਦਾ ਅਸੀਂ ਅੱਜ ਤੱਕ ਕਦੀ ਇੰਨਾ ਕਿਸੇ ਨੂੰ ਇੱਦਾਂ ਮਿਲੇ ਹੋਵਾਂਗੇ। ਜੀ ਵਾਹਿਗੁਰੂ ਜੀ, ਇਹ ਤਾਂ ਮਹਾਰਾਜ ਦੀ ਕਿਰਪਾ ਹੈ। ਉਹ ਜਿੱਦਾਂ ਹੈ ਨਾ ਕਿਸੇ ਨੂੰ ਰੱਖਦੇ ਆ ਉੱਦਾਂ ਆਪਾਂ ਉਹਨਾਂ ਦਾ ਸਿਰਫ ਸ਼ੁਕਰਾਨਾ ਹੀ ਕਰਦੇ ਹਾਂ ਕਿ ਚਲੋ ਸੰਗਤ ਇੰਨਾ ਪਿਆਰ ਬਖਸ਼ ਰਹੀ ਹੈ। ਤੇ ਇਹ ਸਾਰਾ ਸੰਗਤ ਦਾ ਤੇ ਮਹਾਰਾਜ ਦਾ ਪਿਆਰ ਹੈ ਜੀ। ਸਾਡੇ ਹੱਥ ਵਸ ਕੁਛ ਨਹੀਂ ਹੈ, ਆਪਾਂ ਉਸ ਦੇ ਕੁੱਕਰ ਹਾਂ, ਜਿੱਦਾਂ ਉਹ ਕਰਾ ਲਵੇ। ਕਿਰਪਾ ਹੋਈ ਕਿਵੇਂ? ਮੈਂ ਤੁਹਾਨੂੰ ਪਹਿਲਾਂ ਤਾਂ ਮੈਂ ਆਡੀਅנס ਨੂੰ ਕਹੂੰਗੀ ਤੁਸੀਂ ਇਹਨਾਂ ਦਾ ਨਾਮ ਸੁਣੋ। ਕੀ ਸਰ ਤੁਸੀਂ ਹੁਣ ਜਦੋਂ ਤੁਹਾਨੂੰ ਬਾਬਾ ਜੀ ਦੀ ਕਿਰਪਾ ਮਿਲੀ, ਕੀ ਨਾਮ ਕੀ ਮਿਲਿਆ ਤੁਹਾਨੂੰ? ਜੀ ਵਾਹਿਗੁਰੂ ਜੀ, ਮਹਾਰਾਜ ਨੇ ਕਿਰਪਾ ਕਰਕੇ ਉਹ ਨਾਮ ਬਖਸ਼ਿਆ ਜਿਹੜਾ ਪਹਿਲਾਂ ਹੀ ਮੇਰੇ ਦਿਲ ਦੇ ਬਹੁਤ ਕਰੀਬ ਸੀਗਾ, ਮਹਾਕਾਲ ਸਿੰਘ ਖਾਲਸਾ, ਜਿਹੜਾ ਇਤਿਹਾਸ ਦੇ ਵਿੱਚ ਵੀ ਆਪਾਂ ਨੂੰ ਕਈ ਜਗ੍ਹਾ ਪੜ੍ਹਨ 'ਤੇ ਮਿਲਦਾ। ਤੇ ਜਿਵੇਂ ਕਹਿੰਦੇ ਨਾ, ਮੈਂ ਇਸ ਨਾਮ ਨਾਲ ਬਹੁਤ ਅਟਰੈਕਟਿਡ ਸੀਗਾ ਤੇ ਅਰਦਾਸ ਹੀ ਸੀ ਮਹਾਰਾਜ ਦੇ ਅੱਗੇ ਜਦੋਂ ਮੈਂ ਅੰਮ੍ਰਿਤ ਛਕਣਾ ਸੀਗਾ ਕਿ ਮਹਾਰਾਜ ਇਹ ਨਾਮ ਬਖਸ਼ਿਓ, ਤੇ ਮਹਾਰਾਜ ਨੇ ਬਖਸ਼ਿਆ ਹੈ। ਤੇ ਮੈਂ ਇਸ ਨਾਮ ਨਾਲ ਨਾ ਬਹੁਤ ਮਤਲਬ ਕਹਿੰਦੇ ਜਦੋਂ ਵੀ ਕੋਈ ਮੈਨੂੰ ਮਹਾਕਾਲ ਸਿੰਘ ਤੋਂ ਬੁਲਾਉਂਦਾ ਤਾਂ ਮੈਨੂੰ ਮਹਾਰਾਜ ਦੀ ਯਾਦ ਆਉਂਦੀ ਵੀ ਕਿੱਦਾਂ ਮਹਾਰਾਜ ਨੇ ਬਖਸ਼ਿਆ ਸੀਗਾ ਜੀ। ਤੇ ਇਹਨਾਂ ਦਾ ਨਾਮ ਮਿਲਿਆ ਸੀ ਸਤਬੀਰ ਕੌਰ ਖਾਲਸਾ ਜੀ। कुकर का नाम बख्शा है पिताजी ने सतबीर कौर खालसा वाहिगुरु जी। ਪਹਿਲਾਂ ਅਨੁਰਾਧਾ ਚੌਧਰੀ। अनुराधा चौधरी था वाहिगुरु। ਕਿਰਪਾ ਕਿਵੇਂ ਹੋਈ? ਕਿਉਂਕਿ ਕਈ ਲੋਕ ਅੱਜ ਆਪਾਂ ਦੇਖੀਏ ਯੂਥ ਦੇ ਮਨਾਂ ਦੇ ਵਿੱਚ ਨਾ ਹਮੇਸ਼ਾ ਸੋਸ਼ਲ ਮੀਡੀਆ ਨੇ ਇੰਨਾ ਇੰਪੈਕਟ ਪਾਇਆ ਹੋਇਆ ਹੈ, ਲੋਕੀ ਕੇਸਾਂ ਦੀ ਰੱਖਿਆ ਨਹੀਂ ਕਰ ਪਾਉਂਦੇ। ਗੁਰੂ ਗੋਬਿੰਦ ਸਿੰਘ ਜੀ ਦੇ ਜਿਵੇਂ ਆਪਾਂ ਦੇਖਿਆ ਜਾਵੇ ਕਿ ਉਹਨਾਂ ਨੇ ਕਿਹਾ ਕਿ 5 ਕਕਾਰ ਆਪਣੇ ਕੋਲ ਰੱਖਣੇ ਜ਼ਰੂਰੀ ਨੇ ਸਿੱਖ ਇਤਿਹਾਸ ਦੇ ਵਿੱਚ, ਜਿਵੇਂ ਆਪਾਂ ਸੁਣਦੇ ਆਏ ਹਾਂ। ਪਰ ਅੱਜ ਕੱਲ੍ਹ ਤਾਂ ਨੌਜਵਾਨ ਜਿਹੜੇ ਨੇ ਪੱਗਾਂ ਬੰਨ੍ਹਦੇ ਨੌਜਵਾਨ ਵੀ ਆਪਣੇ ਕੇਸ ਕਟਾ ਦਿੰਦੇ ਨੇ। ਤੇ ਤੁਸੀਂ ਇੱਕਦਮ ਟਰਾਂਸਫੋਰਮੇਸ਼ਨ ਕਿਵੇਂ ਹੋਈ ਤੁਹਾਡੀ? ਜੀ ਵਾਹਿਗੁਰੂ ਜੀ, ਦੇਖੋ ਇਹਦੇ ਪਿੱਛੇ ਇੱਦਾਂ ਹੀ ਹੈ ਕਿ ਅਗਰ ਆਪਾਂ ਆਪਣਾ ਐਕਸਪੀਰੀਅੰਸ ਦਸੀਏ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਪਹਿਲਾਂ ਜਿਵੇਂ ਮੈਂ ਕਟਿੰਗ 'ਚ ਹੁੰਦਾ ਸੀਗਾ, ਇਹ ਵੀ ਜਿਵੇਂ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਨੇ। ਇਹ ਮਹਾਰਾਜ ਦੀਆਂ ਖੇਡਾਂ ਨੇ, ਕਿਹਨੂੰ ਕਿਸ ਵੇਲੇ ਉਹਨਾਂ ਨੇ ਗੱਲ ਲਾਣਾ।
ਅਗਰ ਮਹਾਰਾਜ ਦੀ ਸਾਡੇ ਉੱਤੇ ਕਹਿ ਲਓ ਤਰਸ ਨਾ ਕਰਦੇ, ਨਜ਼ਰ ਨਾ ਪੈਂਦੀ ਤੇ ਆਪਣੇ ਵੱਸ ਸੱਚ 'ਚ ਕੁਝ ਵੀ ਨਹੀਂ, ਤੇ ਸਾਡਾ ਵੀ ਜੀਵਨ ਜਿਵੇਂ ਅੱਜ ਆਪਾਂ ਯੂਥ ਦੀ ਗੱਲ ਕਰ ਰਹੇ ਹਾਂ ਤਾਂ ਸਾਡਾ ਵੀ ਸਾਰਾ ਉਹਨਾਂ 'ਚੋਂ ਹੀ ਮਤਲਬ ਨਿਕਲ ਕੇ ਆਏ ਹਾਂ। ਤਾਂ ਅੱਜ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਨੂੰ ਅਗਰ ਮੰਨ ਲਓ ਕੋਈ ਨੌਨ 'ਚ ਮਿਲਦਾ ਜਾਂ ਵੈਸੇ ਕੋਈ ਬਾਹਰ ਮਿਲਦਾ ਸਾਡੇ ਨਾਲ, ਅਗਰ ਗੱਲ ਕਰਦਾ, ਵਿਚਾਰ ਕਰਦਾ, ਤਾਂ ਆਪਾਂ ਉਹਨੂੰ ਜ਼ਰੂਰ ਦੱਸਦੇ ਹਾਂ ਵੀ ਆਪਾਂ ਇਸ ਰਸਤੇ 'ਚੋਂ ਜਦੋਂ ਆਏ ਹਾਂ ਅੱਜ ਸਾਨੂੰ ਨਜ਼ਰ ਆਉਂਦਾ ਵੀ ਆਪਾਂ ਕਿੱਥੇ ਫਸ ਗਏ ਸੀ। ਇਹ ਇੱਕ ਦਲਦਲ ਹੈ ਜਿਹੜੀ ਕਲਯੁਗ ਦੀ ਕਹਾਣੀ ਆਪਾਂ ਕਰੀਏ ਵੀ ਇਹ ਸਾਰੀ ਮਹਾਰਾਜ ਨੇ ਦੱਸੀ ਹੈ ਵੀ ਇਹਦੇ 'ਚੋਂ ਨਿਕਲਣਾ ਬਹੁਤ ਔਖਾ ਹੈ। ਇਹ ਮਹਾਰਾਜ ਕਢਾ ਲੈਣ ਤਾਂ ਕੋਈ ਨਿਕਲ ਸਕਦਾ, ਅਦਰਵਾਈਜ਼ ਨਹੀਂ। ਹੁਣ ਚੱਕਰ ਹੈ ਕਿ ਜਦੋਂ ਆਪਾਂ ਯੂਥ ਨਾਲ ਦੇਖੋ ਸਹੀ ਤਰ੍ਹਾਂ ਉਹਨਾਂ ਨੂੰ ਗਾਈਡ ਕੋਈ ਕਰੇਗਾ ਤਾਂ ਉਹ ਇਸ ਰਸਤੇ ਤੇ ਆਉਣ ਲਈ ਚੱਲ ਵੀ ਪੈਂਦੇ ਨੇ। ਅਗਰ ਉਹਨਾਂ ਨੂੰ ਕੋਈ ਸਹੀ ਗਾਈਡੈਂਸ ਨਹੀਂ ਮਿਲਦੀ ਤਾਂ ਉਹ ਭਟਕ ਜਾਂਦੇ ਆ। ਕੋਈ ਅੱਜ ਕੱਲ੍ਹ ਬੱਚੇ ਨਸ਼ਿਆਂ 'ਚ ਪੈ ਗਏ, ਕੋਈ ਕਿਸ ਰਾਹ ਪੈ ਗਏ ਹੈ ਨਾ। ਤਾਂ ਅੱਜ ਜਦੋਂ ਆਪਾਂ ਉਹਨਾਂ ਨਾਲ ਕਈ ਤਾਂ ਦੇਖੋ ਮਿਲਦੇ ਆ ਤਾਂ ਆਪਣਾ ਦੁੱਖ ਦੱਸਦੇ ਆ ਤਾਂ ਸਾਨੂੰ ਵੀ ਬਹੁਤ ਫੀਲ ਹੁੰਦਾ, ਪਰ ਫਿਰ ਮਹਾਰਾਜ ਅੱਗੇ ਇਹੀ ਅਰਦਾਸ ਕਰੀਦੀ ਹੈ। ਤੇ ਬਹੁਤ ਬੱਚੇ ਇਸ ਰਾਹ ਤੇ ਤੁਰ ਪਏ ਨੇ। ਸਭ ਤੋਂ ਵੱਡੀ ਗੱਲ ਹੈ ਭੈਣੇ ਕਿ ਜਿਵੇਂ ਮੰਨ ਲਓ ਕੋਈ ਨਹੀਂ ਕਿਸੇ ਦੇ ਮਨ 'ਚ, ਜਿਵੇਂ ਸਾਡੇ ਨਹੀਂ ਸੀਗਾ ਵੀ ਆਪਾਂ ਬਾਣਾ ਪਾਵਾਂਗੇ, ਅਸੀਂ ਅੰਮ੍ਰਿਤ ਛਕਾਂਗੇ, ਮਹਾਰਾਜ ਐਡੀ ਕਿਰਪਾ ਕਰਨਗੇ। ਸਾਡੇ ਇੰਸਟਾਗ੍ਰਾਮ ਤੇ ਜਿਹੜੇ ਸੰਗਤ ਜੁੜੀ ਹੋਈ ਹੈ, ਬਹੁਤ ਸਾਡੇ ਤੋਂ ਛੋਟੇ ਤੇ ਕੁਝ ਵੱਡੇ ਭੈਣ ਭਰਾ ਅੰਮ੍ਰਿਤ ਛਕ ਕੇ ਸੱਜ ਗਏ ਨੇ। ਹਾਂਜੀ, ਕੋਈ ਭੈਣਾਂ ਸੱਜ ਗਈਆਂ, ਭਰਾ ਸੱਜ ਗਏ ਨੇ। ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮਹਾਰਾਜ ਨੇ ਸ਼ਾਇਦ ਸਾਡੇ ਤੋਂ ਇਹੀ ਪ੍ਰਚਾਰ ਦੀ ਸੇਵਾ ਹੀ ਲੈਣੀ ਸੀ ਤੇ ਇਹ ਆਪਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਆਪਾਂ ਕਦੀ ਨਹੀਂ ਸੋਚਿਆ ਸੀ ਕਿ ਹੁਣ ਜਿਵੇਂ ਤੁਸੀਂ ਇੰਟਰਵਿਊ ਲੈਣ ਆਏ ਹੋ ਤਾਂ ਸਾਡੇ ਤਾਂ ਕਦੀ ਸੁਪਨੇ 'ਚ ਵੀ ਨਹੀਂ ਸੀ ਕਿ ਆਪਾਂ ਨਾ ਵੀ ਪ੍ਰਚਾਰ ਕਰ ਪਾਵਾਂਗੇ। ਇਹ ਤਾਂ ਸਾਰੀ ਮਹਾਰਾਜ ਦੀ ਜਿਵੇਂ ਕਹਿੰਦੇ ਕਿਰਪਾ ਹੀ ਹੈ, ਵਾਹਿਗੁਰੂ ਜੀ। ਭਵਪ੍ਰੀਤ ਸਿੰਘ ਜਿਹੜੇ ਨੇ ਸਿੱਖ ਪਰਿਵਾਰ ਤੋਂ ਤੇ ਭੈਣ ਹੋਣੀ ਜਿਹੜੇ ਨੇ ਉਹ ਹਿੰਦੂ ਪਰਿਵਾਰ ਤੋਂ ਸੀ, ਪਰ ਅੱਜ ਤੁਸੀਂ ਦੇਖ ਕੇ ਕਹਿ ਨਹੀਂ ਸਕਦੇ ਕਿ ਇਹਨਾਂ ਦੇ ਵਿੱਚ ਸਿੱਖੀ ਦੀ ਕਹਿ ਲਓ ਸ਼ੁਰੂ ਤੋਂ ਹੀ, ਜਿਵੇਂ ਹੁੰਦਾ ਨਾ ਬਚਪਨ ਦੇ ਵਿੱਚ ਆਪਾਂ ਸੁਣਦੇ ਹਾਂ ਕਹਾਣੀਆਂ ਸਿੱਖ ਇਤਿਹਾਸ ਦੀਆਂ ਸੁਣੀਆਂ, ਤੁਸੀਂ ਵੀ ਕੁਝ ਸੁਣੀਆਂ ਸੀਗੀਆਂ ਸਿੱਖ ਇਤਿਹਾਸ ਦੇ ਬਾਰੇ? हाँ जी वाहिगुरु जी, थोड़ा बहुत। जैसे मेरे माता श्री मुझे बता देते थे गुरुद्वारे के बारे में, गुरु ग्रंथ साहिब जी के बारे में, बट ये नहीं पता था कि गुरु ग्रंथ साहिब जी में लिखा क्या है, गुरु साहिब जी क्या कह रहे हैं। बाकी जब मेरी शादी हुई, जब पिताजी ने खेल ऐसा रचता है ना वाहिगुरु जी, कहाँ हरियाणा कहाँ पंजाब, तो जब मैं इनसे मिली इन्होंने मुझे बहुत कुछ समझाया। महाराजा रणजीत सिंह जी के बारे में बताया, बाबा दीप सिंह जी के बारे में बताया, बहुत कुछ बताया। तब मुझे नॉलेज में आया कि अच्छा इतना कुछ है वाहिगुरु जी, है ना। तो फिर मैं इनकी तरफ देखती थी, मैं सोचती थी कि वाहिगुरु जी कि आप जी ने कब सजना है। मुझे ऐसा होता था कि मैं ये सच है वाहिगुरु जी, जब शादी करके जब मैं आई पंजाब तो मेरे को ये होता था कि हाँ मैं गुरु की नगरी में जा रही हूँ, कि मेरे को गुरु के बहुत प्यारे बड़ा मिलेंगे। इतिहास है पंजाब दा। सत बचन वाहिगुरु जी, सत बचन वाहिगुरु जी। तो जब मैंने सोचा कि मेरे को बहुत गुरु के प्यारे मिलेंगे, मैं दर्शन करूँगी, फिर मैं ना इनकी तरफ देखती थी, मैं सोचती थी, मैंने कहा मेरे घर पे ही नहीं है ना। तो हम ये देखो वाहिगुरु जी के ना सारा खेल है, एक अकाल पुरख जी की मर्जी है कि किसको चूज़ करना है उन्होंने और किसको मत दे देनी है। जब पिताजी मत देते हैं ना तब ये चीज़ें समझ आती हैं। इससे पहले सच बात यही है कि साढ़े को मत ही नहीं थी वाहिगुरु जी, तभी हमें लगता, हमें ना फिर सारी चीज़ें ही सही लगती थी। ये भी सही है तो क्या हो गया, पिताजी की है ये भी सही है, बट नहीं, जब पिताजी मत देते हैं ना, जब वो सारी चीज़ें पर्दा हटाते हैं, दुनियावी पर्दा जब हटाते हैं, तब असली चीज़ असली खेल समझ आती है कि ये है, हम यहाँ करने क्या आए हैं वो समझ आ जाती है। किसी नाम जपने आए हैं वाहिगुरु जी, अपने गुरु के साथ जुड़ने आए हैं। हमारे गुरु हमें फिर हमारी मदद करेंगे हमारे अकाल पुरख जी तक पहुँचाने की, तो ये हम भूल जाते हैं फिर। बट बीच बीच में पिताजी हमें याद दिलाते हैं, कुछ ऐसी इंडिकेशन देते हैं कि याद कर लो, बट हम उस दुनियावी में इतने भूले भटके होते हैं, हमें नहीं पता लगता, एहसास नहीं होता कि हमारे ऊपर क्या चल क्या रहा है। सत बचन वाहिगुरु जी, सत बचन। ये देखो ये यही है कि वो उसकी मर्जी है, उसका खेल है, उसकी दुनिया है, वो जिसको चाहे उसको चूज़ कर लेता है वाहिगुरु जी। ये साढ़े बस की नहीं है ਵਾਹਿਗੁਰੂ, ਆਪਾਂ ਤਾਂ ਕੁੱਕਰ ਹੀ ਹੈ ਵਾਹਿਗੁਰੂ ਜੀ। ਫਿਰ ਇਸ ਸਿੰਘਣੀ ਨੇ ਸਿੰਘ ਨੂੰ ਕਿਹਾ ਕਿ ਤੁਸੀਂ ਮੈਂ ਆਪਣੇ ਘਰ ਦੇ ਵਿੱਚ ਕਦੋਂ ਦੇਖੂੰਗਾ। ਜੀ ਵਾਹਿਗੁਰੂ ਜੀ, ਬਿਲਕੁਲ ਇੱਦਾਂ ਹੋਇਆ ਸੀ। ਕਈ ਵਾਰੀ ਨਾ ਜਦੋਂ ਆਪਾਂ ਅੰਮ੍ਰਿਤ ਛਕਿਆ ਤਾਂ ਜਿਵੇਂ ਕੋਈ ਮੰਨ ਲਓ ਰਿਲੇਟਿਵਸ 'ਚ ਜਾਂ ਕੋਈ ਵੀ ਸਾਨੂੰ ਮਿਲਦਾ ਸੀ ਤਾਂ ਉਹਨਾਂ ਨੂੰ ਇੰਝ ਲੱਗਦਾ ਸੀ ਕਿ ਮੈਂ ਇਹਨਾਂ ਨੂੰ ਕਿਹਾ ਹੋਏਗਾ, ਕਿਉਂਕਿ ਮੈਂ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਸੀ।
ਪਰ ਜਦੋਂ ਮੈਂ ਉਹਨੂੰ ਬੜੇ ਹੈਰਾਨ ਹੁੰਦੇ ਸੀ ਜਦੋਂ ਮੈਂ ਦੱਸਿਆ ਵੀ ਇਹ ਕਿੱਦਾਂ ਹੋ ਸਕਦਾ ਹੈ, ਕਿਉਂਕਿ ਦੇਖੋ ਮਹਾਰਾਜ ਨੇ ਕਿਹਦੇ ਅੰਦਰ ਪਿਆਰ ਜਗਾ ਲੈਣਾ ਹੈ, ਉਹ ਆਪਾਂ ਨੂੰ ਨਹੀਂ ਪਤਾ। ਹੁਣ ਜਿਵੇਂ ਸਾਨੂੰ ਵਾਹਿਗੁਰੂ ਜੀ ਕਰਨਾਟਕਾ ਸਾਈਡ, ਸਾਊਥ ਸਾਈਡ, ਬੈਂਗਲੋਰ, ਬੰਬੇ ਹੈ ਨਾ, ਵੀ ਦੇਖੋ ਹੈਦਰਾਬਾਦ ਕੱਲ ਸਿੰਘ ਸਾਹਿਬ ਦਾ ਫੋਨ ਆਇਆ, ਉਹ ਕਈ ਉਹਨਾਂ 'ਚ ਹਿੰਦੂ ਪਰਿਵਾਰ ਦੇ ਵੀ ਨੇ ਤੇ ਕੁਝ ਸਿੱਖ ਪਰਿਵਾਰ ਦੇ ਵੀ ਸੀਗੇ ਜਿਨ੍ਹਾਂ ਨੇ ਕੇਸ ਕਤਲ ਕੀਤੇ ਹੋਏ ਸੀ। ਹੁਣ ਉਹ ਸਾਡੇ ਨਾਲ ਜਦੋਂ ਕੰਟੈਕਟ ਕਰ ਰਹੇ, ਉਹ ਦੱਸ ਰਹੇ ਆ ਮਹਾਰਾਜ ਨਾਲ ਪਿਆਰ ਪੈ ਗਿਆ ਉਹਨਾਂ ਦਾ। ਤਾਂ ਇਹ ਦੇਖਣ ਵਾਲੀ ਗੱਲ ਹੈ ਵਾਹਿਗੁਰੂ ਜੀ ਕਿ ਮਹਾਰਾਜ ਨੇ ਜਦੋਂ 96 ਕਰੋੜ ਖਾਲਸਾ ਸਜਾਣਾ ਹੈ, ਠੀਕ ਹੈ, ਉਹ ਕੋਈ ਪਤਾ ਨਹੀਂ ਕਿੱਥੋਂ ਮਹਾਰਾਜ ਦਸਮ ਗ੍ਰੰਥ ਦੇ ਵਿੱਚ ਲਿਖਿਆ, ਇਹ ਤਾਂ ਗੁਰੂ ਦੀ ਬਾਣੀ ਹੈ ਜੋ ਸੱਚ ਹੁੰਦੀ ਸੱਤ ਹੋਣੀ ਹੈ। ਮਹਾਰਾਜ ਦੇ ਹਰ ਬਚਨ ਸੱਤ ਹੀ ਸੱਤ ਨੇ। ਤੇ ਮਹਾਰਾਜ ਨੇ ਜਿੱਦਾਂ ਦੱਸਿਆ ਸੀ, ਤਾਂ ਅੱਜ ਸਾਨੂੰ ਉਹ ਚੀਜ਼ ਫੀਲ ਹੋ ਰਹੀ ਹੈ ਵੀ ਦੇਖੋ ਕਿਹੜੇ ਐਸੇ ਇਲਾਕੇ ਨੇ ਜਿੱਥੇ ਇੰਨਾ ਪ੍ਰਚਾਰ ਵੀ ਨਹੀਂ ਹੈ। ਆਪਾਂ ਕਈ ਵਾਰੀ ਇਹ ਕਹਿ ਦਿੰਦੇ ਹਾਂ ਕਿ ਪ੍ਰਚਾਰ ਦਾ ਅਸਰ ਹੋਏਗਾ। ਹੁਣ ਜਿਵੇਂ ਇਹਨਾਂ ਤੱਕ ਪ੍ਰਚਾਰ ਤਾਂ ਨਹੀਂ ਪਹੁੰਚਿਆ ਸੀਗਾ, ਬਸ ਜਿੱਦਾਂ ਹੀ ਇਹ ਪੰਜਾਬ ਦੀ ਧਰਤੀ, ਕਹਿੰਦੇ ਨਾ ਪੰਜਾਬ ਦੀ ਧਰਤੀ ਦਾ ਪਾਣੀ ਪੀਤਾ, ਤਾਂ ਇਹਨਾਂ ਨੂੰ ਫੀਲ ਹੋਇਆ ਕਿ ਆਪਾਂ ਚਲਦੇ ਹਾਂ ਇੱਕ ਵਾਰੀ, ਬਾਕੀ ਮਹਾਰਾਜ ਕਿਰਪਾ ਕਰਨਗੇ, ਆਪਾਂ ਆਪਣੇ ਵੱਲੋਂ ਇੱਕ ਕੋਸ਼ਿਸ਼ ਜ਼ਰੂਰ ਕਰੀਏ। ਉਹ ਕੋਸ਼ਿਸ਼ ਮਹਾਰਾਜ कितने तक ले गए वो देख लो। एक और चीज़ वाहिगुरु जी, मैं ये कुकर बोलना चाहेगा, जब मेरी माता श्री मुझे उस टाइम पे बताते थे, बट ना मैंने ज़्यादा गौर नहीं, कहते हैं ना बच्चा ज़्यादा ध्यान नहीं देता। आज वो चीज़ें मुझे याद आती है। मेरी माता श्री मुझे बताते भी थे कि अगर आज हम सब जिंदा है ना, तो गुरु तेग बहादुर जी की वजह से। साढ़े ਸ਼ਹਾਦਤਾਂ ਹੋਈਆਂ ਤਾਂ ਹਿੰਦੂ ਧਰਮ ਬਚਿਆ। सत बचन वाहिगुरु जी, तो इतनी खुशी होती है कि दादाजी ने चूज़ किया, है ना वाहिगुरु जी, कि पिताजी ने, गुरु गोबिंद सिंह जी ने चूज़ किया। तो इससे बड़ी चीज़ तो है ही नहीं वाहिगुरु जी। यही है कि उनके काम आने चाहिए, ये शरीर उनके काम आना चाहिए। उन्होंने जो काम कराना है इन कुकरों से कराई चले वाहिगुरु जी। ਉਹ ਕੁਰਬਾਨੀਆਂ ਸ਼ਾਇਦ ਹੁਣ ਮੁੱਲ ਮੋੜਨੀਆਂ ਸ਼ੁਰੂ ਹੋਣਗੀਆਂ, ਤੁਹਾਡੇ ਤੋਂ ਲੋਕ ਜਿਹੜੇ ਨੇ ਪ੍ਰੇਰਿਤ ਹੋਣਗੇ। ਤੁਸੀਂ ਜਿਵੇਂ ਦੱਸਿਆ ਤੁਹਾਡੇ ਸੋਸ਼ਲ ਮੀਡੀਆ ਤੇ ਸੰਗਤ ਜਿਹੜੀ ਉਹਨਾਂ ਦੇ ਵਿੱਚੋਂ ਸਿੰਘ ਵੀ ਸੱਜੇ, ਸਿੰਘਣੀਆਂ ਸੱਜੀਆਂ, ਸ਼ਾਇਦ ਇੱਕ ਨੂੰ ਤੁਸੀਂ ਅਗਰ ਸਹੀ ਰਾਹ ਤੇ ਪਾ ਦਿਓ ਤਾਂ ਹਜ਼ਾਰ ਅੱਗੇ ਬਣਦੇ ਜਾਣਗੇ। सत बचन ਇੱਕ वाहिगुरु जी। ਐਸਾ ਬੂਟਾ ਹੈ ਭੈਣੇ ਕਿ ਜਿਵੇਂ ਮਹਾਰਾਜ ਨੇ ਸਿਖਾਇਆ ਹੈ, ਤੇ ਉਹਨਾਂ ਤੋਂ ਸਿੱਖ ਕੇ ਹੀ ਆਪਾਂ ਚੱਲਣਾ ਹੈ। ਜਿਵੇਂ ਕੋਈ ਮੰਨ ਲਓ ਅਗਰ ਇੱਕ ਬੱਚਾ ਸਹੀ ਰਾਹ ਤੁਰਦਾ ਹੈ ਤੇ ਉਹਦੀ ਜਿਹੜੀ ਸੰਗਤੀ ਅਗਰ ਉਹਨਾਂ 'ਚ ਕੋਈ ਗਲਤ ਨੇ, ਤਾਂ ਹੋ ਸਕਦਾ ਇੱਦਾਂ ਹੀ ਚੇਨ ਬਣਦੀ ਜਾਂਦੀ ਹੈ। ਹੁਣ ਆਪਾਂ ਜਦੋਂ ਇਸ ਰਾਹ ਤੇ ਚੱਲੇ ਸੀਗੇ ਤੇ ਸਾਨੂੰ ਵੀ ਕਿਸੇ ਦੀ ਬਾਂਹ ਫੜਨੀ ਪਈ ਸੀ, ਆਪਾਂ ਵੀ ਕਿਸੇ ਕੋਲੋਂ ਬਹਿ ਕੇ ਸਿੱਖਿਆ ਲਈ ਹੈ। ਉਹ ਖਾਲਸੇ ਕੋਲ ਲਈ ਹੈ, ਨਿਹੰਗ ਸਿੰਘਾਂ ਕੋਲ ਲਈ ਹੈ, ਆਪਾਂ ਛੋਣੀਆਂ 'ਚ ਜਾਂਦੇ ਸੀ ਨਿਹੰਗ ਸਿੰਘਾਂ ਕੋਲ, ਕੁਛ ਐਡੀ ਦੂਰ ਦੂਰ ਬੈਠੇ ਤਾਂ ਸਪੈਸ਼ਲ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਸੀ। ਉਹਨਾਂ ਦਾ ਰੂਪ ਦੇਖ ਕੇ ਨਾ ਇੱਕ ਆਪਾਂ ਨੂੰ ਹੁੰਦਾ ਸੀ ਕਿ ਮਹਾਰਾਜ ਸਾਨੂੰ ਵੀ ਇਹ ਰੂਪ ਤੁਸੀਂ ਪਲੀਜ਼ ਬਖਸ਼ ਦਿਓ, ਜੇ ਸਾਡੇ ਤੋਂ ਕੋਈ ਗਲਤੀਆਂ ਹੋਈਆਂ ਉਹ ਮਾਫ ਕਰ ਦਿਓ, ਤੇ ਅੱਗੋਂ ਤੁਹਾਡੇ ਕਹੇ ਤੇ ਚੱਲਾਂਗੇ, ਕਿਉਂਕਿ ਉਹ ਬੜਾ ਪਿਆਰ ਕਰਦੇ ਆਪਣੇ ਬੱਚਿਆਂ ਨੂੰ। ਮੈਂ ਤਾਂ ਸਾਰੇ ਹੀ ਆਪਣੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਹੱਥ ਜੋੜ ਕੇ ਕਿ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਮਹਾਰਾਜ ਦਾ ਜਦੋਂ ਹੁਕਮ ਆਇਆ ਉਦੋਂ ਹੋਏਗਾ। ਦੇਖੋ ਇਸ ਗੱਲ ਦਾ ਹੁਕਮ ਤਾਂ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਦੇਤਾ ਸੀ ਖਾਲਸਾ ਸਜਾਉਣ ਦਾ। ਇਹਦੀ ਉਡੀਕ ਨਾ ਕਰੀਏ, ਬਾਕੀ ਠੀਕ ਹੈ। ਆਪਾਂ ਦੇਖੋ ਇਹ ਤਾਂ ਨਹੀਂ ਕਦੀ ਕਹਿੰਦੇ ਕਿ ਰੋਟੀ ਮਹਾਰਾਜ ਦੇਣਗੇ ਤੇ ਖਾਵਾਂਗੇ, ਮਤਲਬ ਮਹਾਰਾਜ ਨੇ ਸਾਨੂੰ ਬਖਸ਼ੀ ਹੋਈ ਹੈ, ਰੋਜ਼ ਦੇ ਰੋਜ਼ ਆਪਾਂ ਖਾ ਰਹੇ ਹਾਂ, ਤਾਂ ਆਪਾਂ ਉਹ ਇਹ ਤਾਂ ਨਹੀਂ ਹੁੰਦਾ ਕਿ ਉਹਨੂੰ ਮਿਸ ਕਰ ਜਾਈਏ ਵੀ ਨਹੀਂ ਅੱਜ ਨਹੀਂ ਮੈਂ ਖਾਣੀ, ਹੈ ਨਾ। ਦੇਖੋ ਸਾਰਾ ਕੁਝ ਠੀਕ ਹੈ, ਪਰ ਇਹ ਜਿਹੜਾ ਖਾਲਸਾ ਸਜਾਉਣ ਦਾ ਮਹਾਰਾਜ ਨੇ ਹੁਕਮ ਸੀਗਾ ਉਹ ਤਾਂ ਦਿੱਤਾ ਹੋਇਆ ਸਾਨੂੰ। ਇਹ ਇੱਕ ਕਦਮ ਆਪਾਂ ਚੱਲਣਾ ਹੈ ਤਾਂ ਮਹਾਰਾਜ ਸਾਨੂੰ 10 ਕਦਮ ਚੱਲ ਕੇ ਗੱਲ ਜ਼ਰੂਰ ਲਾਉਣਗੇ। ਅਮਲ ਕਰਨਾ ਸਾਡੇ ਆਪਣੇ ਅੰਦਰ ਸਾਡੇ ਆਪਣੇ ਅੰਦਰ ਹੈ। ਦੇਖੋ ਆਪਾਂ ਕਹਿੰਦੇ ਨਾ ਅੱਜ ਦਾ ਸਮਾਂ ਐਸਾ ਚੱਲ ਰਿਹਾ ਕਿ ਲੋਕਾਂ ਦੇ ਅੰਦਰ ਸ਼ੌਂਕ ਬਹੁਤ ਨੇ, ਤਾਂ ਉਹ ਸ਼ੌਂਕ ਪੂਰੇ ਕਰਨ ਲਈ ਵੀ ਤਾਂ ਆਪਾਂ ਜੱਦੋਜਹਿਦ ਕਰਦੇ ਹਾਂ। ਤਾਂ ਤੁਹਾਡੇ ਵਿੱਚ ਵੀ ਸੀ, ਅਸੀਂ ਤੁਹਾਡੀ ਤਸਵੀਰਾਂ ਦੇਖੀਆਂ, ਜੋ ਇੱਕ ਯੂਥ, ਇੱਕ ਨੌਜਵਾਨ ਜਿਹੜਾ ਇਸ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਬਦਲਾਵ ਹੁਣ ਤੁਹਾਡੇ ਵਿੱਚ ਆਇਆ, ਮੈਨੂੰ ਲੱਗਦਾ ਬਹੁਤ ਸਾਰੇ ਨੌਜਵਾਨ ਵੀ ਜਾਣਗੇ। ਹਾਂਜੀ ਭੈਣੇ, ਆਪਾਂ ਖੁਦ ਦੇਖ ਰਹੇ ਹਾਂ ਕਿ ਪਹਿਲਾਂ ਜਿਵੇਂ ਦੇਖੋ ਸਾਡੀ ਇੱਕ ਜਿਹੜੀ ਆਪਣੇ ਆਸ-ਪਾਸ ਦੀ ਇੱਕ ਛੋਟੀ ਜਿਹੀ ਜਿਹੜੀ ਜ਼ਿੰਦਗੀ ਹੈ ਉਹਦੇ 'ਚ ਆਪਾਂ ਬਹੁਤਾ ਨਹੀਂ ਦੇਖਿਆ, ਪਰ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆ ਜਾਂਦੇ ਹਾਂ ਜਾਂ ਜਦੋਂ ਆਪਾਂ ਸੰਗਤ ਨਾਲ ਵਿਚਰਨਾ ਸ਼ੁਰੂ ਕਰਦੇ ਹਾਂ, ਤੁਸੀਂ ਮਤਲਬ ਕਦੀ ਕਿਸੇ ਦਿਨ ਬੈਠਾਂਗੇ ਤੇ ਤੁਹਾਨੂੰ ਦਿਖਾਊਂਗਾ, ਤੁਸੀਂ ਵੀ ਹੈਰਾਨ ਹੋ ਜਾਓਗੇ ਭੈਣ ਕਿ ਸੰਗਤ ਦੇ ਅੰਦਰ ਬਹੁਤ ਕਹਿੰਦੇ ਨਾ ਕਿਤੇ ਕੋਈ ਨਾ ਕੋਈ, ਜਿਵੇਂ ਅਕਾਲ ਦੀ ਜਗ੍ਹਾ ਜਿੱਥੇ ਆਪਾਂ ਰਹਿ ਰਹੇ ਹਾਂ ਤਾਂ ਉਹ ਦੂਤ ਸਾਨੂੰ ਘੇਰੀ ਰੱਖਦੇ ਆ, ਮਹਾਰਾਜ ਨੇ ਸਮਝਾਇਆ। ਤਾਂ ਇੱਕ ਗਾਈਡੈਂਸ, ਇੱਕ ਸਾਹਮਣੇ ਕੋਈ ਭਰਾ ਭੈਣ ਆ ਕੇ ਸਮਝਾਉਣ ਵਾਲਾ ਹੋ ਜੇ ਤਾਂ ਤੁਰ ਪੈਂਦੇ ਆ। ਤੇ ਆਪਾਂ ਦੇਖੇ ਬੜੇ ਬੱਚੇ ਮਤਲਬ ਤੁਸੀਂ ਲਾ ਲਓ ਛੋਟੀ ਉਮਰੇ ਹੈ, ਉਹਨਾਂ ਦਾ ਐਡਾ ਗਿਆਨ ਹੈ ਉਹਨਾਂ ਦੇ ਅੰਦਰ ਮਹਾਰਾਜ ਦਾ ਬਖਸ਼ਿਆ ਹੋਇਆ। ਕਈ ਵਾਰੀ ਆਪਾਂ ਉਹਨਾਂ ਕੋਲ ਬੈਠ ਕੇ ਵੀ ਸਿੱਖਿਆ, ਗਿਆਨ ਜਿੱਥੋਂ ਮਿਲੇ ਲੈਣਾ ਚਾਹੀਦਾ ਜੀ। ਤੇ ਜਿਹੜਾ ਉਹੀ ਗੱਲ ਆ ਗਈ ਵਾਹਿਗੁਰੂ ਜੀ ਕਿ ਆਪਾਂ ਕਈ ਵਾਰੀ ਭੈਣ ਭਰਾਵਾਂ ਦਾ ਨਾ ਇਹ ਕੁਐਸਚਨ ਹੁੰਦਾ ਕਿ ਮਹਾਰਾਜ ਜਦੋਂ ਹੁਕਮ ਕਰਨਗੇ ਉਦੋਂ ਆਪਾਂ ਸਜਾਂਗੇ। ਇਸ ਗੱਲ ਦਾ ਹੁਕਮ ਤਾਂ ਮਹਾਰਾਜ ਨੇ ਦਿੱਤਾ ਹੋਇਆ ਹੈ, ਬਸ ਉਹ ਕਹਿੰਦੇ ਵੀ ਬੱਚਾ ਇੱਕ ਵਾਰੀ ਚੱਲੇ, ਬਾਕੀ ਸਾਰਾ ਮਹਾਰਾਜ ਨੇ ਕਰਾਉਣਾ ਜੀ। ਤੇ ਕਿਰਪਾ ਬਹੁਤ ਕਰਦੇ ਮਹਾਰਾਜ ਜੀ। ਕਿੱਦਾਂ ਮਿਲੇ ਸੀ ਤੁਸੀਂ ਆਪਸ ਦੇ ਵਿੱਚ, ਕਿਉਂਕਿ ਤੁਸੀਂ ਹਰਿਆਣੇ ਤੋਂ, ਇਹ ਇੱਥੇ ਜੰਮੇ ਪਲੇ, ਔਰ ਇੱਕ ਸਿੱਖ ਪਰਿਵਾਰ ਇੱਕ ਹਿੰਦੂ ਪਰਿਵਾਰ ਦੇ ਨਾਲ ਜੁੜਦਾ। ਇੰਟਰਕਾਸਟ ਮੈਰਿਜਸ ਅੱਜ ਬਹੁਤ ਕਾਮਨ ਹੋ ਚੁੱਕੀਆਂ, ਪਰ
ਉਹ ਬਦਲਾਵ ਆਇਆ, ਸ਼ਾਇਦ ਗੁਰੂ ਮਹਾਰਾਜ ਨੇ ਇਹ ਸੇਵਾ ਤੁਹਾਡੇ ਹੱਥੋਂ ਲਿਖੀ ਹੋਈ ਸੀ ਕਿ ਤੁਹਾਡੇ ਤੋਂ ਲੈਣੀ ਹੈ ਸੇਵਾ। ਜੀ ਵਾਹਿਗੁਰੂ। ਕਿਵੇਂ ਮਿਲੇ ਸੀ? ਵਾਹਿਗੁਰੂ ਜੀ ਦੱਸੇਗੀ ਜੀ। ਇਹ ਆਨਸਰ ਮੈਂ ਦੇ ਦੇਣਾ ਜੀ। ਵਾਹਿਗੁਰੂ ਜੀ, ਇੱਦਾਂ ਹੋਇਆ ਸੀਗਾ ਕਿ ਆਪਾਂ ਬਿਲਕੁਲ ਨਹੀਂ ਜਾਣਦੇ ਸੀ ਇੱਕ ਦੂਜੇ ਨੂੰ। ਇੱਕ ਹੁੰਦਾ ਨਾ ਵੀ ਆਪਾਂ ਛੋਟੇ ਹੁੰਦੇ ਆ ਤਾਂ ਕੋਈ ਫੈਮਿਲੀ ਫਰੈਂਡ ਸੀ, ਬਿਲਕੁਲ ਨਹੀਂ ਸੀ। ਇਹੀ ਗੱਲ ਜਿਹੜੀ ਤੁਸੀਂ ਕੁਐਸਚਨ 'ਚ ਕਹੀ ਵੀ ਇਹ ਮਹਾਰਾਜ ਦਾ ਹੁਕਮ ਹੋਣਾ ਸੀ, ਸਾਡੀ ਸੇਵਾ ਉਹਨਾਂ ਨੇ ਲਿਖੀ ਸੀ, ਇਹ ਆਪਾਂ ਅੱਜ ਬੈਠ ਕੇ ਸਮਝ ਪਾਉਂਦੇ ਹਾਂ ਕਿ ਬਿਲਕੁਲ ਇਹੀ ਗੱਲ ਹੈ। ਜਦੋਂ ਆਪਾਂ ਫਸਟ ਟਾਈਮ ਮਿਲੇ ਸੀਗੇ ਤਾਂ ਜਿਵੇਂ ਕਹਿ ਲਓ ਵੀ ਕੋਈ ਗੈਟ ਟੂਗੇਦਰ ਸੀਗਾ, ਸਾਰੇ ਉੱਥੇ ਇਕੱਠੇ ਹੋਏ ਸੀ, ਫੈਮਿਲੀ ਫਰੈਂਡਸ ਹੈ ਨਾ, ਤੇ ਮੈਂ ਇਹਨਾਂ ਨੂੰ ਅੱਗੇ ਤਾਂ ਕਦੇ ਨਹੀਂ ਦੇਖਿਆ ਸੀ, ਨਾ ਇਹਨਾਂ ਨੇ ਮੈਨੂੰ ਦੇਖਿਆ ਸੀ। ਤਾਂ ਫਸਟ ਟਾਈਮ ਆਪਾਂ ਮਿਲੇ ਤਾਂ ਉੱਥੇ ਗੱਲ ਹੀ ਉਸ ਅਕਾਲ ਪੁਰਖ ਦੀ ਹੀ ਹੋ ਰਹੀ ਸੀ। ਤਾਂ ਉੱਥੇ ਹੀ ਇੱਦਾਂ ਕੋਈ ਗੱਲ ਛਿੜੀ ਤੇ ਸਾਨੂੰ ਚੰਗਾ ਲੱਗਿਆ ਕਿ ਐਸੇ ਟੌਪਿਕ ਤੇ ਸਾਰੇ ਗੱਲ ਕਰ ਰਹੇ ਸੀ। ਤਾਂ ਅੰਦਰੋਂ ਖਿੱਚ ਹੁੰਦੀ ਹੈ, ਉਦੋਂ ਆਪਾਂ ਨੂੰ ਨਾ ਬਸ ਕਨਫਰਮੇਸ਼ਨ ਨਹੀਂ ਹੁੰਦੀ ਕਿ ਇਹ ਅੰਦਰੋਂ ਆਪਾਂ ਸੱਚੀ ਹਾਂ ਜਾਂ ਨਹੀਂ, ਕਿਉਂਕਿ ਆਪਾਂ ਐਸੀ ਜ਼ਿੰਦਗੀ ਜੀ ਰਹੇ ਹੁੰਦੇ ਹਾਂ ਜਿਹਦੇ 'ਚ ਆਪਾਂ ਨੂੰ ਕਈ ਵਾਰੀ ਨਾ ਮਹਾਰਾਜ ਵਾਲੇ ਰਾਹ 'ਤੇ ਚੱਲਣ ਲੱਗਿਆਂ ਕਈ ਵਾਰੀ ਰੋਕਣ ਵਾਲੇ ਜਾਂ ਕਹਿਣ ਵਾਲੇ ਵੀ ਬਹੁਤ ਹੁੰਦੇ, ਤਾਂ ਸ਼ਰਮ ਹੀ ਬਹੁਤ ਮਾਰ ਜਾਂਦੀ ਅੱਜ ਦੇ ਸਮੇਂ ਵੀ ਤੂੰ ਬਾਬਾ ਬਣ ਗਿਆ, ਕਈ ਇੱਦਾਂ ਵੀ ਕਹਿ ਦਿੰਦੇ ਆ। ਤੇ ਉਹ ਕਹਿ ਲਓ ਅੰਦਰੋਂ ਹੀ ਜਿਵੇਂ ਘੁੱਟੀ ਹੁੰਦੀ ਹੈ ਚੀਜ਼। ਪਰ ਜਦੋਂ ਮਹਾਰਾਜ ਨੇ ਕਿਰਪਾ ਕੀਤੀ, ਆਪਾਂ ਮਿਲੇ, ਤਾਂ ਦੇਖੋ ਜਦੋਂ ਇਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਤਾਂ ਕਰਾ ਲਿਆ ਹੈ, ਪਰ ਜਿਹੜਾ ਆਪਾਂ ਇਤਿਹਾਸ ਪੜ੍ਹ ਰਹੇ ਹਾਂ ਇਹ ਬਿਲਕੁਲ ਉਲਟ ਆਪਾਂ ਚੱਲ ਰਹੇ ਹਾਂ। ਜਾਂ ਤਾਂ ਆਪਾਂ ਇਸ ਰਾਹ 'ਤੇ ਚੱਲੀਏ, ਨਹੀਂ ਤਾਂ ਆਪਾਂ ਇਤਿਹਾਸ ਨੂੰ ਨਾ ਪੜ੍ਹੀਏ, ਕਿਉਂਕਿ ਮੇਰੇ ਤੋਂ ਨਹੀਂ ਪੜ੍ਹਿਆ ਜਾਏਗਾ। ਇਹ ਇਹਨਾਂ ਦਾ ਕਹਿਣਾ ਸੀ। ਤੇ ਮੈਂ ਕਿਹਾ ਸਤ ਬਚਨ ਵਾਹਿਗੁਰੂ ਜੀ, ਅੱਜ ਤੋਂ ਬਾਅਦ ਮੈਂ ਕੇਸ਼ਾਂ ਨੂੰ ਕਤਲ ਨਹੀਂ ਕਰੂੰਗਾ। ਪਹਿਲਾਂ ਮੈਂ ਇਹਨਾਂ ਨੂੰ ਇਹ ਕਹਿਤਾ, ਪਰ ਆਪਾਂ ਅੰਮ੍ਰਿਤ ਛਕ ਲਾਂਗੇ, ਬਾਣਾ ਪਾ ਲਾਂਗੇ। ਇਹ ਸਾਰੀ ਖੇਡ ਮਹਾਰਾਜ ਨੇ ਅੱਗੇ ਆਪਣੇ ਆਪ ਰਚਾਤੀ। ਕਹਿੰਦੇ ਜਦੋਂ ਆਪਾਂ ਕੇਸ਼ਾਂ ਦੀ ਬੇਦਬੀ ਕਰ ਰਹੇ ਹੁੰਦੇ ਆ ਤਾਂ ਦੇਖੋ ਦੁੱਖ ਤਕਲੀਫ ਤਾਂ ਵੈਸੇ ਵੀ ਆਣੇ ਹੀ ਨੇ, ਪਰ ਉਦੋਂ ਨਾ ਆਪਾਂ ਨੂੰ ਰਾਹ ਨਹੀਂ ਕੋਈ ਮਿਲਦਾ। ਜਦੋਂ ਆਪਾਂ ਮਹਾਰਾਜ ਦੀ ਹੁਕਮ 'ਚ ਚੱਲਾਂਗੇ ਤਾਂ ਮਹਾਰਾਜ ਸਾਨੂੰ ਅੱਗੇ ਰਾਹ ਵੀ ਦਿਖਾਣਗੇ ਵੀ ਇਸ ਦੁੱਖ ਤਕਲੀਫ 'ਚੋਂ ਤੂੰ ਲੰਘਣਾ ਕਿੱਦਾਂ। ਤਾਂ ਮਹਾਰਾਜ ਨੇ ਸਾਨੂੰ ਬਹੁਤ ਸੋਹਣਾ ਕੱਢਿਆ, ਆਪਣੇ ਚਰਨੀ ਲਾਇਆ ਤੇ ਹਜੂਰ ਸਾਹਿਬ ਦੇ ਵਿੱਚ ਬੁਲਾ ਕੇ ਅੰਮ੍ਰਿਤ ਛਕਾਇਆ, ਜਦ ਕਿ ਆਪਾਂ ਉੱਥੇ ਕਦੀ ਨਹੀਂ ਗਏ ਸੀ। ਇੱਕ ਸੁਪਨਾ ਹੀ ਸੀ, ਕਿਉਂਕਿ ਨੇੜੇ ਤੇੜੇ ਦੇ ਗੁਰੂ ਘਰਾਂ 'ਚ ਆਪਾਂ ਛੋਟੇ ਹੁੰਦਿਆਂ ਤੋਂ ਜਾ ਰਹੇ ਹਾਂ। ਹਜੂਰ ਸਾਹਿਬ ਬਾਰੇ ਹਮੇਸ਼ਾ ਸੁਣਿਆ ਹੀ ਸੀ, ਪਰ ਜਦੋਂ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਆਪਣੇ ਘਰ ਬੁਲਾ ਕੇ ਉੱਥੇ ਅੰਮ੍ਰਿਤ ਛਕਾਇਆ ਤਾਂ ਸਾਨੂੰ ਪਤਾ ਲੱਗਿਆ ਮਹਾਰਾਜ ਬਹੁਤ ਪ੍ਰੇਮ ਕਰਦੇ ਆ। ਤੇ ਇਹ ਮੈਂ ਜ਼ਰੂਰ ਕਹੂੰਗਾ ਇਹਨਾਂ ਨੇ ਇਸ ਗੱਲ ਦੀ ਕੈਂਚ ਸ਼ੁਰੂਆਤ ਕੀਤੀ ਸੀ। ਇਹ ਦਾਤ ਜਿਹੜੀ ਹਜ਼ੂਰ ਸਾਹਿਬ ਤੋਂ ਤੁਹਾਨੂੰ ਮਿਲੀ ਜੀ ਵਾਹਿਗੁਰੂ ਜੀ। ਮਹਾਕਾਲ ਖਾਲਸਾ ਜੀ ਤੇ ਸਤਬੀਰ ਕੌਰ ਖਾਲਸਾ। ਤਾਂ ਮੈਮ ਇੱਕ ਮੇਰਾ ਸਵਾਲ ਸੀਗਾ ਵੀ ਤੁਸੀਂ ਹੁਣ ਜਿਵੇਂ ਹਿੰਦੂ ਪਰਿਵਾਰ ਤੋਂ ਤੁਸੀਂ ਜਦੋਂ ਇਹ ਬਾਣੇ ਦੇ ਵਿੱਚ ਆਏ, ਪਰਿਵਾਰ 'ਚ ਕਿੱਦਾਂ ਦਾ ਮਾਹੌਲ ਸੀ? ਕਿਉਂਕਿ ਇਹ ਤਾਂ ਪਹਿਲਾਂ ਹੀ ਸਿੱਖ ਪਰਿਵਾਰ 'ਚ ਸੀ, ਉਹਨਾਂ ਨੂੰ ਤਾਂ ਖੁਸ਼ੀ ਬਹੁਤ ਹੋਈ ਹੋਣੀ ਕਿ ਹੁਣ ਬਾਣਾ ਵੀ ਬਣ ਕੇ ਪੈ ਗਿਆ ਤੇ ਇੱਕ ਰਾਹ ਦੇ ਉੱਤੇ ਤੁਰ ਗਏ ਜੋ ਅਸਲ ਦੇ ਵਿੱਚ ਜ਼ਿੰਦਗੀ 'ਚ ਹੋਣਾ ਚਾਹੀਦਾ। ਤੁਹਾਡੇ ਪਰਿਵਾਰ 'ਚ ਕਿਸ ਤਰੀਕੇ ਦਾ ਮਾਹੌਲ ਸੀ? सब खुश थे वाहिगुरु जी, आज भी बहुत खुश हैं। जो मेरी माता श्री हैं वो भी खालसा सच के हैं। अच्छा जी। हाँ जी, जो मेरा ब्रदर है छोटा वो भी तैयारी कर रहा है वाहिगुरु जी। तो ਤੇ ਫਿਰ ਇਹ ਸਿੰਘਣੀ ਨੇ ਮੈਨੂੰ ਲੱਗਦਾ ਹੈ ਇੱਕ ਦੀ ਜ਼ਿੰਦਗੀ 'ਚ ਬਦਲਾਵ ਨਹੀਂ ਲਿਆ, ਇਹ ਬਹੁਤ ਸਾਰੀ नहीं वाहिगुरु जी, इस कुकर दे बस कुछ भी नहीं हैगा। ये सब करन कराउन वाले एक ही हैगा, वो अकाल पुरख जी हैं वाहिगुरु जी, पिता जी ही हैं। ਬਾਕੀ ਇਹ ਸਾਡੇ ਵਾਸਤੇ ਕੁਝ ਵੀ ਨਹੀਂ ਇਹ ਹੈ ਜ਼ਰੂਰ ਹੈ ਵਾਹਿਗੁਰੂ ਕਿ ਜੀ। ਚਲੋ ਅਗਰ ਆਪਾਂ ਦੁਨਿਆਵੀ ਤੌਰ ਤੇ ਕਹੀਏ ਤਾਂ ਹਾਂਜੀ ਇਹਨਾਂ ਦੀ ਮਹਾਰਾਜ ਨੇ ਸੇਵਾ ਲਿਖ ਕੇ ਭੇਜੀ ਹੋਈ ਸੀ। ਇਹਨਾਂ ਨੇ ਕਹਿੰਦੇ ਨਾ ਮੇਰੇ ਹੁਣ ਜਿਵੇਂ ਫਾਦਰ ਨੇ, ਹੁਣ ਮੈਂ ਸਿੱਖ ਪਰਿਵਾਰ ਤੋਂ, ਤਾਂ ਮੈਨੂੰ ਛੋਟੇ ਹੁੰਦੇ ਤੋਂ ਜਦੋਂ ਦੀ ਮੈਂ ਕਟਿੰਗ ਕਰਾਈ ਹੈ ਕਹਿੰਦੇ ਸੀ ਕਿ ਬੇਟਾ ਵਾਲ ਰੱਖ ਲੈ, ਇਹ ਗਲਤ ਗੱਲ ਹੈ। ਤੇ ਨਾਰਾਜ਼ਗੀ ਉਹਨਾਂ ਦੇ ਅੰਦਰ ਹਮੇਸ਼ਾ ਰਹੀ। ਪਰ ਤੁਸੀਂ ਦੇਖੋ ਜਦੋਂ ਤੱਕ ਨਹੀਂ ਮੇਰੇ ਇੱਥੇ ਸੱਟ ਵੱਜਣੀ ਸੀ ਤਾਂ ਉਹ ਨਹੀਂ ਹੋਣਾ ਸੀ, ਕਿਉਂਕਿ ਪਿਓ ਤੁਹਾਨੂੰ ਪਿਆਰ ਨਾਲ ਹੀ ਕਹਿ ਦਿੰਦਾ, ਠੀਕ ਹੈ। ਉਹ ਜਿਹੜੀ ਸੱਟ ਸੀ ਐਜ਼ ਅ ਪਾਰਟਨਰ ਇਹਨਾਂ ਦੀ ਗੱਲ ਮੈਨੂੰ ਲੱਗ ਗਈ ਕਿ ਇਹ ਗੱਲ ਕਹਿ ਰਹੇ ਹੈ ਇਹਨਾਂ ਨੂੰ, ਮਤਲਬ ਇਤਿਹਾਸ ਨਾਲ ਇੰਨਾ ਪ੍ਰੇਮ ਗੁਰੂ ਸਾਹਿਬ ਨਾਲ ਹੋ ਗਿਆ ਤੇ ਮੈਨੂੰ ਕਿਉਂ ਨਹੀਂ ਹੋਇਆ। ਇਹ ਵੀ ਇੱਕ ਗੱਲ ਹੈ ਨਾ ਵਾਹਿਗੁਰੂ ਜੀ। ਤੇ ਕਹਿ ਲਓ ਵੀ ਜਿਹੜੀ ਜਗ੍ਹਾ ਆਪਾਂ ਰਹਿੰਦੇ ਆਪਾਂ ਉਹਨੂੰ ਕਈ ਵਾਰੀ ਨਾ ਨੋਰਮਲੀ ਲੈਣ ਲੱਗ ਜਾਂਦੇ ਹਾਂ ਵੀ ਇਤਿਹਾਸ ਆਪਾਂ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਨਾ, ਤਾਂ ਆਪਾਂ ਨੋਰਮਲੀ ਲੈਂਦੇ ਹਾਂ। ਪਰ ਨਹੀਂ, ਇਹ ਇਤਿਹਾਸ ਐਵੇਂ ਦਾ ਹੀ ਨਹੀਂ ਹੈ ਨੋਰਮਲੀ, ਇਹ ਬਹੁਤ ਵੱਡਾ ਤੇ ਸਭ ਤੋਂ ਦੁਨੀਆ ਦਾ ਅਲੱਗ ਇਤਿਹਾਸ ਹੈ। ਤੇ ਅੱਜ ਉਹ ਆਪਾਂ ਦਿਲ 'ਚ ਜਦੋਂ ਵਸਾ ਕੇ ਚੱਲ ਰਹੇ ਹਾਂ ਤਾਂ ਬਹੁਤ ਮਹਾਰਾਜ ਕਿਰਪਾ ਕਰ ਰਹੇ ਹੈ ਕਿ ਬਸ ਸਾਡੇ ਕੋਲ ਲਫ਼ਜ਼ ਖਤਮ ਹੋ ਜਾਂਦੇ ਆ ਕਈ ਵਾਰੀ ਵਾਹਿਗੁਰੂ ਜੀ। ਤੇ ਮਾਤਾ ਜੀ ਨੇ ਵੀ ਹੁਣ ਤਿਆਰ ਕਰ ਚੁੱਕੇ ਹੋਏ ਬਾਣਾ। हाँ जी, बाणा ही पाते वाहिगुरु जी हम। हाँ जी, ਤਾਂ ਬਹੁਤ ਵਧੀਆ ਲੱਗਿਆ ਇਹ ਚੀਜ਼ ਵੀ ਸੁਣ ਕੇ, ਕਿਉਂਕਿ ਗੱਲ ਸਿਰਫ ਇਹ ਨਹੀਂ ਹੈ ਕਿ ਇਹਨਾਂ ਨੇ ਆਪਣੇ ਆਪ ਦੇ ਵਿੱਚ ਬਦਲਾਵ ਲਿਆਇਆ, ਪਰਿਵਾਰ ਦੇ ਵਿੱਚ ਵੀ ਆਇਆ। ਕਿਉਂਕਿ ਵੱਡੇ ਹਮੇਸ਼ਾ ਸਾਨੂੰ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਆਪਣੇ ਇਤਿਹਾਸ ਦੇ ਨਾਲ ਜੁੜੋ। ਤੁਸੀਂ ਛੋਟੇ ਹੁੰਦੇ ਕਹਾਣੀਆਂ ਸੁਣਦੇ ਸੀਗੇ, ਤਾਂ ਤੁਸੀਂ ਕਦੀ ਸੁਣਿਆ ਸੀ ਸਿੱਖ ਧਰਮ ਦੀ ਕੋਈ ਕਹਾਣੀ ਜਾਂ ਜਿਵੇਂ ਗੁਰੂ ਸਾਹਿਬ ਦੀ ਸ਼ਹਾਦਤਾਂ ਤੁਸੀਂ ਦੱਸਿਆ ਵੀ ਗੁਰੂ ਤੇਗ ਬਹਾਦਰ? वाहिगुरु जी, मैं जब छोटी थी मम्मा मुझे सोने से पहले ज़रूर ये बात बताते थे कि सिख एक ऐसा धर्म है जहाँ आप अगर जैसे गुरुद्वारे का, जैसे पिताजी मतलब माता जी बताते थे, तो ये बताते थे कि कोई भी भूखा नहीं रह सकता। मैं कहती थी हैं मम्मा, मैं छोटी थी उस टाइम पे। फिर जब मम्मा ने मुझे दर्शन कराए गुरुद्वारे के, मैंने वहाँ जाके जब देखा खुद कि सब, चाहे बड़े से बड़ा हो चाहे छोटे से छोटा, सब एक साथ बैठ के रोटी खा रहे हैं। आप पता नहीं कर सकते कौन क्या है,
सब एक है। महाराज की नज़र 'ਚ सब जब हाँ वाहिगुरु, जब मैं छोटी थी, तब मैंने ये चीज़ें देखी, तो ये ज़रूर है कि प्यार हाँ जागदा है। उस टाइम पे मुझे बहुत ये हुआ कि ये मैंने आज तक कभी कहीं नहीं देखा कि अंदर से नफ़रत मिटा देनी। ਵਾਹਿਗੁਰੂ ਜੀ ਸਭ ਮੈਂ ਕੋ- ਗੱਲ ਹਾਂਜੀ, ਕਹਿਣਾ ਹਾਂਜੀ। ਚਾਹੂੰਗਾ, ਬਹੁਤ ਮਤਲਬ ਵਧੀਆ ਗੱਲ ਹੈ, ਯਾਦ ਆ ਗਈ। ਇੱਕ ਨਾ ਹਿੰਦੂ ਵੀਰ ਜੀ ਸੀਗੇ, ਉਹਨਾਂ ਨੇ ਇਹਨਾਂ ਨੂੰ ਮੈਸੇਜ ਕੀਤਾ ਵੀ ਵਾਹਿਗੁਰੂ ਜੀ ਕਿ ਇਹਦੇ 'ਚ ਕੁਝ ਮਾੜਾ ਸੀ ਜਿਹੜਾ ਤੁਸੀਂ ਇਸ ਧਰਮ 'ਚ ਚਲੇ ਗਏ, ਇਹ ਵੀ ਕਿਸੇ ਦਾ ਕੁਐਸਚਨ ਹੋ ਸਕਦਾ ਹੈ। ਮੇਰੇ ਮਨ 'ਚ ਵੀ ਸੀਗਾ ਕਿ ਇਹੋ ਜਿਹਾ ਮਤਲਬ ਕੁਝ, ਕਿਉਂਕਿ ਅਸੀਂ ਇਹ ਨਹੀਂ ਕਿ ਅਸੀਂ ਸਿੱਖ ਧਰਮ ਨੂੰ ਆ, ਪਤਾ ਧਰਮ ਤਾਂ ਸਾਰੇ ਇੱਕ ਸਾਰੇ ਇੱਕ ਬਰਾਬਰ ਹੈ। हर धर्म की ਤੁਸੀਂ अपनी खूबसूरती ਇਹ ਦੇਖੋ है ਵਾਹਿਗੁਰੂ ਜੀ, ਜਦੋਂ ਮੈਂ ਸਟੱਡੀ ਕੀਤੀ ਹੈ ਤਾਂ ਮੇਰੇ ਜ਼ਿਆਦਾ ਫਰੈਂड्स ਹਿੰਦੂ ਪਰਿਵਾਰਾਂ ਤੋਂ ਹੀ ਰਹੇ ਹੈ ਨਾ, ਤਾਂ ਆਪਾਂ ਕਦੀ ਇਹ ਗੱਲ ਨਾ ਉਹਨਾਂ ਨੇ ਸੋਚੀ ਨਾ ਆਪਾਂ ਸੋਚੀ, ਕੋਈ ਫਰਕ ਨਹੀਂ ਹੈ। ਈਵਨ ਕਿ ਉਹਨਾਂ ਦੇ ਘਰੇ ਅਗਰ ਜਿਵੇਂ ਕਹਿ ਲਓ ਕੋਈ ਕਹਿੰਦੇ ਨਾ ਧਾਰਮਿਕ ਸਮਾਗਮ ਹੁੰਦਾ ਸੀ ਤਾਂ ਆਪਾਂ ਜ਼ਰੂਰ ਹਾਜ਼ਰੀ ਭਰਦੇ ਸੀ, ਤੇ ਸਾਡੇ ਘਰੇ ਪਾਠ ਹੁੰਦਾ ਸੀ, ਅਖੰਡ ਪਾਠ ਰੱਖੇ ਹੁੰਦੇ ਸੀ ਤਾਂ ਉਹ ਵੀ ਜ਼ਰੂਰ ਆਉਂਦੇ ਸੀ। ਮਤਲਬ ਇੱਕ ਪ੍ਰੇਮ ਨਾਲ ਹੀ ਸਭ ਕੁਝ ਚੱਲ ਰਿਹਾ, ਤੇ ਮਹਾਰਾਜ ਨੇ ਸਿਖਾਇਆ ਵੀ ਇਹੀ ਹੈ, ਜੇ ਸਾਡੇ ਮਨ 'ਚ ਪ੍ਰੇਮ ਨਹੀਂ ਹੈ ਜਾਂ ਮਨ 'ਚ 1% ਵੀ ਕਿਸੇ ਲਈ ਨਫ਼ਰਤ ਹੈ ਤਾਂ ਮਹਾਰਾਜ ਨੂੰ ਮਿਲਣਾ ਨਾਮੁਮਕਿਨ ਹੈ। ਠੀਕ ਹੈ, प्रेम कियो ਕਿਉਂ तिन्हि ਤਿੰਨ ਹੀ प्रभ ਪ੍ਰਭ ਪਾਇਓ। पायो। ਤੇ ਵਾਹਿਗੁਰੂ ਜੀ ਹੋਇਆ ਕਿ ਤੁਸੀਂ ਇਹ ਦੇਖੋ, ਉਹਨਾਂ ਦਾ ਮੈਸੇਜ ਆਇਆ ਤੇ ਆਪਾਂ ਸਮਾਈਲ ਕੀਤੀ ਪਹਿਲਾਂ ਵੀ ਠੀਕ ਹੈ, ਉਹਨਾਂ ਦੇ ਮਨ 'ਚ ਆਇਆ, ਆਪਾਂ ਜ਼ਰੂਰ ਇਹਨਾਂ ਨਾਲ ਵਿਚਾਰ ਸਾਂਝੇ ਕਰਾਂਗੇ। ਆਪਾਂ ਉਹਨਾਂ ਨੂੰ ਇੱਕ ਗੱਲ ਪੁੱਛੀ ਕਿ ਵਾਹਿਗੁਰੂ ਜੀ ਨਾ ਉਹ ਧਰਮ ਮਾੜਾ ਨਾ ਇਹ ਧਰਮ ਮਾੜਾ, ਠੀਕ ਹੈ, ਇਹ ਆਪਾਂ ਨੂੰ ਵੀ ਪਤਾ, ਬਟ ਗੱਲ ਕੀ ਹੈ ਕਿ ਹੋ ਸਕਦਾ ਹੈ ਕਿ ਕਿਸੇ ਨੂੰ ਰੱਬ ਨੇ ਕਿਹੜੇ ਪਾਸੋਂ ਚੱਕ ਕੇ ਆਪਣੇ ਕੋਲ ਬੁਲਾਣਾ, ਕਿੱਦਾਂ ਬੁਲਾਣਾ, ਇਹ ਉਹ ਜਾਣਦੇ ਆ। ਹੁਣ ਮੈਂ ਕਿਹਾ ਇਹਨਾਂ ਦੇ ਅੰਦਰ ਪ੍ਰੇਮ ਜਾਗੇ, ਇਹਨਾਂ ਨੇ ਅੰਮ੍ਰਿਤ ਛਕਿਆ ਕਿ ਇਹ ਬਾਣੀ 'ਚ ਨੇ, ਤਾਂ ਤੁਹਾਨੂੰ ਮਤਲਬ ਕਿੱਦਾਂ ਲੱਗ ਰਿਹਾ? ਉਹ ਕਹਿੰਦੇ ਮੈਨੂੰ ਤੁਹਾਨੂੰ ਦੇਖ, ਦੋਨਾਂ ਨੂੰ ਦੇਖ ਕੇ ਇੰਝ ਹੋ ਰਿਹਾ ਕਿ ਮੈਂ ਵੀ ਅੰਮ੍ਰਿਤ ਛਕਣਾ ਹੈ। ਮੈਂ ਇਹ ਪੁੱਛ ਰਿਹਾ ਵਾਂ ਤੁਹਾਨੂੰ ਕਿ ਡਿਫਰੈਂਸ ਸੀ ਕੋਈ, ਜਾਂ ਆਪਾਂ ਕਿ ਨਹੀਂ ਡਿਫਰੈਂਸ ਕੋਈ ਨਹੀਂ ਹੈ, ਇੱਦਾਂ ਆਪਾਂ ਕਿਸੇ ਨੂੰ ਕੰਪੈਰੀਜ਼ਨ ਨਹੀਂ ਕਰ ਸਕਦੇ ਇਹਦੇ। ਆਸਥਾ ਸਭ ਦੀ ਇੱਕ ਬਰਾਬਰ ਹਾਂਜੀ, ਤਾਂ ਅੱਗੋਂ ਵੀਰ ਜੀ ਨੇ ਇਹਨਾਂ ਨੂੰ ਇਹ ਗੱਲ ਕਹੀ, ਕਹਿੰਦੇ ਕਿ ਹਾਂਜੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸਾਡੇ ਸਿਰ ਤੇ ਕਰਜ਼ਾ ਹੈ ਨਾ, ਠੀਕ ਹੈ, ਅਗਰ ਆਪਾਂ ਅੰਮ੍ਰਿਤ ਛਕ ਲਾਂਗੇ। ਇਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਤਾਂ ਉਹਨਾਂ ਨੇ ਅੱਗੋਂ ਇਹ ਗੱਲ ਕਹਿਤੀ, ਕਹਿੰਦੇ ਕਿ ਗੁਰੂ ਤੇਗ ਬਹਾਦਰ ਜੀ ਦਾ ਆਪਾਂ ਕਰਜ਼ਾ ਲਾ ਤਾਂ ਨਹੀਂ ਸਕਦੇ, ਬਟ ਠੀਕ ਹੈ ਆਪਾਂ ਇਹ ਤਾਂ ਕਰ ਸਕਦੇ ਹਾਂ ਕਿ ਆਪਾਂ ਉਹਨਾਂ ਦੇ ਸਿੰਘ ਸਾਜ ਜਾਈਏ, ਬਸ ਇੰਨਾ ਹੀ ਆਪਾਂ ਕਰ ਸਕਦੇ ਹਾਂ। ਵੀ ਕਰਜ਼ਾ ਤਾਂ ਕੋਈ ਨਹੀਂ ਲਾ ਸਕਦਾ ਹੈ ਨਾ, ਆਪਾਂ ਹੋ ਜਾਈਏ ਕੋਈ ਹੋ ਜਾਈਏ, ਪੂਰੀ ਦੁਨੀਆ ਰਲ ਕੇ ਨਹੀਂ ਲਾ ਸਕਦੀ। ਤੇ ਉਹਨਾਂ ਨੇ ਕਿਹਾ ਠੀਕ ਹੈ ਵੀ ਮੈਂ ਵੀ ਇਸ ਰਾਹ ਤੇ ਚੱਲੂੰਗਾ, ਤੇ ਅੱਜ ਉਹ ਚੱਲ ਰਹੇ ਨੇ ਵਾਹਿਗੁਰੂ ਜੀ। ਬਹੁਤ ਲੋਕ ਪ੍ਰੇਰਿਤ ਹੋਣਗੇ। ਹਜੇ ਮੈਨੂੰ ਲੱਗਦਾ ਹੈ ਜੇ ਸਾਡੀ ਆਡੀਅנס ਵੀ ਦੇਖ ਰਹੀ ਹੈ, ਹੋਰ ਬਹੁਤ ਸਾਰੇ ਇੰਟਰਵਿਊਜ਼ ਵੀ ਤੁਹਾਡੇ ਹੋਏ ਨੇ, ਤਾਂ ਮੈਨੂੰ ਲੱਗਦਾ ਇੱਕ ਘਰ ਦੇ ਵਿੱਚ ਜਦੋਂ ਇਹ ਗੱਲ ਜਾਏਗੀ ਤਾਂ ਉਹਨਾਂ ਨੂੰ ਲੱਗੇਗਾ ਕਿ ਇੱਕ ਸਿੱਖ ਪਰਿਵਾਰ ਤੋਂ ਅੱਜ ਕੱਲ੍ਹ ਨੌਜਵਾਨ ਜਿਹੜੇ ਨੇ ਪੱਗ ਬੰਨ੍ਹਦੇ ਨੇ, ਦਸਤਾਰ ਸਜਾਉਂਦੇ ਨੇ, ਪਰ ਬਾਣਾ ਹਾਂਜੀ ਹਾਂਜੀ ਵਾਹਿਗੁਰੂ ਜੀ। ਬਾਣੇ ਦੀ ਜਿਹੜੀ ਗੱਲ ਹੈ ਨਾ, ਦੇਖੋ ਕਈ ਵੀਰ ਸਾਨੂੰ ਇਹ ਵੀ ਮੈਸੇਜ ਕਰਦੇ ਆ, ਅੰਮ੍ਰਿਤ ਉਹਨਾਂ ਨੇ ਬਹੁਤ ਉਮਰ ਛੋਟੀ ਤੋਂ ਛਕਿਆ ਹੋਇਆ, ਬੜੀ ਕਿਰਪਾ ਹੈ, ਗੁਰਬਾਣੀ ਨਾਲ ਬਹੁਤ ਜੁੜੇ ਆ, ਪਰ ਕਈ ਵਾਰੀ ਹੁੰਦਾ ਨਾ ਬਾਣੀ ਤੋਂ ਉਹ ਥੋੜਾ ਜਿਹਾ ਕਰ ਜਾਂਦੇ ਆ ਕਿ ਅੱਜ ਕੱਲ ਦੇ ਕੱਪੜੇ ਵੈਸਟਰਨ ਇੱਦਾਂ ਦੇ ਚੱਲ ਰਹੇ, ਉਹਨਾਂ ਨੂੰ ਲੱਗਦਾ ਹੈ ਪਾ ਕੇ ਪਤਾ ਨਹੀਂ ਆਪਾਂ ਬਾਹਰ ਵਿਚਰ ਸਕਾਂਗੇ ਕਿ ਨਹੀਂ। ਮੈਂ ਉਹਨਾਂ ਨੂੰ ਜ਼ਰੂਰ ਇੱਕ ਗੱਲ ਦੱਸਣਾ ਚਾਹੂੰਗਾ, ਵਾਹਿਗੁਰੂ ਜੀ ਇਹ ਸਾਡਾ ਐਕਸਪੀਰੀਅੰਸ ਹੈ, ਜਿੰਨੀ ਇਸ ਬਾਣੀ ਲਈ ਇੱਜ਼ਤ ਹੈ ਨਾ ਉਹ ਕਿਸੇ ਲਈ ਨਹੀਂ ਹੈ। ਤੇ ਇਸ ਬਾਣੀ ਨੂੰ ਜਦੋਂ ਆਪਾਂ ਪਾ ਲੈਂਦੇ ਹਾਂ ਤਾਂ ਆਪਾਂ ਰਿਪਰੈਜ਼ੈਂਟ ਕਿਹਨੂੰ ਕਰ ਰਹੇ ਹਾਂ? ਆਪਣੇ ਗੁਰੂ ਸਾਹਿਬ ਨੂੰ। ਤਾਂ ਸਾਡੇ ਅੰਦਰ ਵੀ ਇੱਕ ਉਹ ਗੁਰੂ ਦੀ ਫੌਜ ਤਿਆਰ ਹੋਈ ਹੈ। ਤਾਂ ਆਪਾਂ ਜੀ ਮਹਾਰਾਜ ਦੀ ਕਿਰਪਾ ਨਾਲ 올 ਓਵਰ ਇੰਡੀਆ ਕਿਤੇ ਨਾ ਕਿਤੇ ਮਹਾਰਾਜ ਸਾਨੂੰ ਦਰਸ਼ਨਾਂ ਲਈ ਸੰਗਤ ਦੀ ਭੇਜਦੇ ਨੇ, ਤੇ ਆਪਾਂ ਦੇਖਿਆ ਕਿ ਬਹੁਤ ਇਹਦੀ ਸਤਿਕਾਰ ਹੈ, ਪਿਆਰ ਹੈ। ਇਹ ਪਾ ਕੇ ਤੁਸੀਂ ਬਹੁਤ ਅੱਛਾ ਖੁਦ ਵੀ ਫੀਲ ਕਰਦੇ ਹੋ, ਸਾਹਮਣੇ ਵਾਲੇ ਦਾ ਸਿਰ ਆਪਣੇ ਆਪ ਹੀ ਨਹੀਂ ਹੋ ਜਾਂਦਾ। ਵਾਹਿਗੁਰੂ ਜੀ ਉਹੀ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਇਹ ਕੋਈ ਵੀ ਨਾ ਸੋਚੇ ਕਿ ਬਾਣਾ ਪਾ ਕੇ ਪਤਾ ਨਹੀਂ ਆਪਾਂ ਪਾ ਸਕਾਂਗੇ ਕਿ ਨਹੀਂ ਪਾ ਸਕਾਂਗੇ, ਸਾਡੇ ਤੋਂ ਇਹ ਹੋਏਗਾ ਕਿ ਨਹੀਂ ਹੋਏਗਾ। ਇੱਕ ਵਾਰੀ ਕਰਕੇ ਦੇਖੋ, ਤੁਹਾਨੂੰ ਵਿਚਰ ਕੇ ਦੇਖੋ ਸੰਗਤ ਤੇ, ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਉਹ ਕੱਪੜੇ ਪਾਣੇ ਹੀ ਛੱਡ ਦਿਓਗੇ। वाहिगुरु जी ये इतना कीमती है कि आप इसको पैसों से नहीं खरीद सकते, ये इतना कीमती है, ये पिताजी चाहे तब भी हो सकता है। वाहिगुरु जी ਇਹ ਹੌਸਲਾ ਮੈਨੂੰ ਲੱਗਦਾ ਹੈ ਅਕਾਲ ਪੁਰਖ ਨੇ ਆਪਣੇ ਆਪ ਹੀ ਤੁਹਾਡੀ ਝੋਲੀ ਦੇ ਵਿੱਚ। ਬਿਲਕੁਲ ਵਾਹਿਗੁਰੂ ਜੀ, ਇਹੀ ਆਪਾਂ ਦਿਨ ਰਾਤ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਕਿ ਮਹਾਰਾਜ ਸਾਡੀ ਜਦੋਂ ਸੋਚ ਵਿੱਚ ਕੁਝ ਵੀ ਨਹੀਂ ਸੀ ਤੇ ਤੁਸੀਂ ਇੰਨਾ ਕੁਝ, ਜਿਵੇਂ ਕਹਿੰਦੇ ਝੋਲੀ ਭਰਤੀ ਸਾਡੀ। ਆਪਾਂ ਸ਼ਾਇਦ ਉਹਨਾਂ ਕੋਲੋਂ ਗੱਡੀ ਪੈਸੇ ਮੰਗਦੇ ਰਹਿ ਗਏ, ਪਰ ਮਹਾਰਾਜ ਨੇ ਅਸਲ ਸੁੱਖ ਤਾਂ ਇਹਦੇ ਵਿੱਚ ਸੁੱਖ ਬਖਸ਼ਿਆ ਸਾਨੂੰ। ਨਹੀਂ ਤਾਂ ਜੇ ਮਹਾਰਾਜ ਨੇ ਸਾਡੀ ਕਿਤੇ ਉਹ ਅਰਦਾਸ ਸੁਣ ਕੇ ਸਾਨੂੰ ਉਹ ਦੇ ਦਿੱਤਾ ਹੁੰਦਾ, ਅੱਜ ਆਪਾਂ ਕੁਝ ਹੋਰ ਮੰਗਦੇ ਹੋਣਾ ਸੀ। ਆਪਾਂ ਤਾਂ ਰਜਣਾ ਨਹੀਂ ਸੀ, ਇਹਦੇ 'ਚ ਆਪਾਂ ਰੱਜ ਗਏ ਹਾਂ ਵਾਹਿਗੁਰੂ ਜੀ। ਹੁਣ ਸਾਨੂੰ ਕੁਝ ਨਹੀਂ ਚਾਹੀਦਾ ਔਰ ਮਹਾਰਾਜ बस नाम बस पिताजी अपनी बंदगी बख्शें और कुछ भी नहीं चाहिए। वाहिगुरु जी कुछ भी नहीं। ਬਹੁਤ ਪ੍ਰੇਰਨਾ ਮਿਲੀ। ਮੈਨੂੰ ਤਾਂ ਲੱਗਦਾ ਮੈਂ ਵੀ ਥੋੜੀ ਇਨਫਲੂਐਂਸ ਹੋ ਰਹੀ ਹਾਂ ਇਸ ਚੀਜ਼ਾਂ ਦੇ ਨਾਲ, ਕਿਉਂਕਿ ਬਹੁਤ ਸਾਰੇ ਆਪਣੇ ਸਿੱਖ ਧਰਮ ਦੇ ਵਿੱਚ ਇਹੋ ਜਿਹੇ ਵੀਰ ਭੈਣ ਨੇ ਜਿਹੜੇ ਕਿ ਚਾਹੁੰਦੇ ਹੋਣਗੇ ਕਿ ਅਸੀਂ ਨੇਮ ਲਈਏ, ਗੁਰੂ ਦਾ ਬਾਣਾ ਸਾਡੇ ਉੱਤੇ ਆਵੇ, ਪਰ ਕਈ ਵਾਰੀ ਇਦਾਂ ਹੁੰਦਾ ਨਾ ਕਿ ਹਿੰਮਤ ਹਾਰ ਜਾਂਦੇ, ਹੌਸਲਾ ਨਹੀਂ ਮਿਲਦਾ। ਤੇ ਇਹਨਾਂ ਦੇ ਉੱਤੇ ਵੀ ਅਕਾਲ ਪੁਰਖ ਦੀ ਅਪਾਰ ਕਿਰਪਾ ਜਿਹੜੀ ਹੋਈ ਹੈ। ਤਾਂ ਤੁਸੀਂ ਇਸ ਵੀਡੀਓ ਨੂੰ ਇੰਨਾ ਕੁਝ ਸ਼ੇਅਰ ਕਰ ਦਿਓ ਕਿ ਸਾਡੇ ਸਿੱਖ ਧਰਮ ਦੇ ਵਿੱਚ ਹੀ ਸ਼ਾਇਦ ਜਿੰਨੇ ਵੀ ਲੋਕ ਨੇ ਜੋ ਬਾਣਾ ਰੱਖਣਾ ਚਾਹੁੰਦੇ ਨੇ ਜਾਂ ਨੇਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਸ਼ਾਇਦ ਹੌਸਲਾ ਇਹਨਾਂ ਦੀ ਵੀਡੀਓ ਦੇ ਰਾਹੀਂ ਇਹਨਾਂ ਨੂੰ ਦੇਖ ਕੇ, ਇਹਨਾਂ ਦਾ ਬਾਣਾ ਦੇਖ ਕੇ ਮਿਲ ਸਕੇ। ਤਾਂ ਇੱਦਾਂ ਦੀ ਹੋਰ ਵਧੇਰੇ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕੌਰ।